You that our renowned doctor ortho surgeon Dr. Bhanu has this month done more than approximately around 100 ortho surgeries, which in itself a record for him and for our hospital also. It's a great achievement, I will say. And in the time to come, the way we are planning, we are hopeful that this year, this is the new financial year 2022 and 23, we would be able to achieve a target of more than 1,500 surgeries from Dr. Bhanu itself. And I'll request Dr. Bhanu to share his thought process, his vision, which is going to be aligned with our mission and vision to provide best of the healthcare services and hospitalization facilities to patient at large. I just request Dr. Bhanu to speak about his experience and how he is able to achieve the target. Thank you so much, sir. I am Dr. Bhanu Saruja, Director and Head Orthopedics and Joint Replacement Ivy Group of Hospitals, stationed at Mohali. ਸਭ ਤੋਂ ਪਹਿਲਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਸਮਾਂ ਕੱਢ ਕੇ ਇੱਥੇ ਰੂਬਰੂ ਹੋਣ ਆਏ ਹੋ। ਬੇਸਿਕਲੀ ਇਹ ਟੌਪਿਕ ਔਰ ਪ੍ਰੈਸ ਕਾਨਫਰੰਸ ਜੁਆਇੰਟ ਰਿਪਲੇਸਮੈਂਟ, ਆਰਥਰਾਈਟਿਸ ਅਤੇ ਗੋਡਿਆਂ ਔਰ ਡਿਫਰੈਂਟ ਜੁਆਇੰਟ ਦੀ ਸਮੱਸਿਆ ਦੀ ਜਾਗਰੂਕਤਾ ਲਈ ਕੀਤਾ ਗਿਆ। ਮੈਂ ਪਿਛਲੇ 15 ਸਾਲਾਂ ਤੋਂ ਨੋਰਮਲੀ ਗੋਡਿਆਂ ਦੀ ਔਰ ਵਿਭਿੰਨ ਪ੍ਰਕਾਰ ਦੇ ਜੋੜਾਂ ਦੀ ਸਮੱਸਿਆ ਨਾਲ ਡੀਲ ਕਰ ਰਿਹਾ। 5-6 ਸਾਲ ਮੇਰਾ ਇੰਗਲੈਂਡ, ਆਸਟ੍ਰੇਲੀਆ, ਜਰਮਨੀ ਬਾਹਰ ਦੇ ਕੰਟਰੀਜ਼ ਵਿੱਚ ਰਿਹਾ ਹੋਇਆ ਅਤੇ 6-7 ਸਾਲ ਮੈਂ ਇੰਡੀਆ ਦੇ ਸਭ ਤੋਂ ਵੱਡੇ ਸੈਂਟਰ ਅਹਿਮਦਾਬਾਦ ਵਿੱਚ ਲੋਕੇਟਡ ਸੀਗਾ, ਜਿੱਥੇ ਆਲਮੋਸਟ ਕੁਛ ਨਹੀਂ ਤੇ 20-25 ਹਜ਼ਾਰ ਸਰਜਰੀਆਂ ਦਾ ਐਕਸਪੀਰੀਅੰਸ ਲੈ ਕੇ ਮੈਂ 2017 ਵਿੱਚ ਚੰਡੀਗੜ੍ਹ ਆਇਆ ਸੀਗਾ। 2017 ਵਿੱਚ ਮੈਂ ਆਪਣੀ ਜਰਨੀ ਸ਼ੁਰੂ ਕੀਤੀ ਸੀ ਚੰਡੀਗੜ੍ਹ, ਜਿੱਥੇ ਨਈ ਟੈਕਨੋਲੋਜੀਜ਼ ਔਰ ਨਏ ਤਰੀਕੇ ਜਿਸ ਤਰ੍ਹਾਂ ਆਰਥਰਾਈਟਿਸ ਦੀ ਸਮੱਸਿਆ ਨੂੰ ਡੀਲ ਕੀਤਾ ਜਾ ਸਕਦਾ ਹੈ। ਅਤੇ ਜੋੜਾਂ ਦੀ ਸਮੱਸਿਆ ਇੰਡੀਆ ਵਿੱਚ ਅੱਜ ਦੀ ਡੇਟ ਵਿੱਚ ਮੁੱਖ ਤੌਰ 'ਤੇ ਦੇਖੀ ਜਾ ਰਹੀ ਹੈ ਔਰ ਅਮੂਮਨ 30-35 ਸਾਲ ਤੋਂ ਸ਼ੁਰੂ ਹੋ ਕੇ 80-90 ਸਾਲ ਤੱਕ ਦੇ ਵਰਗ ਵਿੱਚ ਦੇਖੀ ਜਾਂਦੀ ਹੈ। ਜੋੜਾਂ ਦੀ ਸਮੱਸਿਆ ਕਈ ਕਾਰਨਾਂ ਨਾਲ ਲੋਕਾਂ ਵਿੱਚ ਪਾਈ ਜਾਂਦੀ ਹੈ, ਜਿਹਦੇ ਵਿੱਚ 5 ਪ੍ਰਮੁੱਖ ਕਾਰਨ ਜਿਹੜੇ ਨੇ। ਪਹਿਲਾ ਵੈ ਹੈਰੀਡਿਟਰੀ, ਕਿ ਖਾਨਦਾਨੀ ਜੋੜਾਂ ਦੀ ਤਕਲੀਫ ਰਹੀ ਹੋਏ। ਦੂਜਾ ਹੈ ਕਿ ਕੋਈ ਐਕਸੀਡੈਂਟ ਜਾਂ ਕੋਈ ਟਰਾਮਾ ਕਿਸੇ ਨੂੰ ਹੋਇਆ ਹੋਏ ਜਿਹਦੇ ਕਰਕੇ ਉਹਦੇ ਜੋੜ ਖਰਾਬ ਹੋ ਗਏ ਹੋਣ। ਤੀਜਾ ਹੈ ਕਿ ਕੋਈ ਇਨਫੈਕਸ਼ਨ ਜੋੜਾਂ ਵਿੱਚ ਆਇਆ ਹੋਏ ਜਿਹਦੇ ਕਰਕੇ ਉਹ ਜੋੜ ਖਰਾਬ ਹੋ ਗਏ ਹੋਣ। ਚੌਥਾ ਵੈ ਕਿ ਕੋਈ ਮੈਲਿਗਨੈਂਸੀ, ਕੋਈ ਟਿਊਮਰ ਜਿਹਦੇ ਕਰਕੇ ਤੁਹਾਡੇ ਜੋੜ ਖਰਾਬ ਹੋ ਰਹੇ ਹੋਣ। ਔਰ ਪੰਜਵਾਂ ਹੈ ਤੁਹਾਡਾ ਲਾਈਫ ਸਟਾਈਲ ਅਤੇ ਏਜ, ਜਿਹਦੇ ਕਰਕੇ ਇਹ ਜੋੜ ਜਲਦੀ ਖਰਾਬ ਹੋ ਜਾਂਦੇ ਨੇ। ਆਮ ਤੌਰ 'ਤੇ ਜੋ ਮੈਂ ਦੇਖ ਰਿਹਾ ਕਿ ਇੰਡੀਆ ਵਿੱਚ 2 ਕੰਟਰੀਆਂ ਇਸ ਸਮੱਸਿਆ ਤੋਂ ਬਹੁਤ ਜ਼ਿਆਦਾ ਜੂਝ ਰਹੀ ਹੈ, ਜਿਹਦੇ ਵਿੱਚ ਪੰਜਾਬ ਔਰ ਗੁਜਰਾਤ। ਪੰਜਾਬ ਔਰ ਗੁਜਰਾਤ ਐਸੇ 2 ਸਟੇਟ ਨੇ ਜਿਹਦੇ ਵਿੱਚ ਜੋੜਾਂ ਦੀ ਸਮੱਸਿਆ ਮੁੱਖ ਤੌਰ 'ਤੇ ਦੇਖੀ ਜਾਂਦੀ ਹੈ ਔਰ ਜਿਹਦਾ ਵੋਲੀਊਮ ਇੰਡੀਆ ਵਿੱਚ ਸਭ ਤੋਂ ਜ਼ਿਆਦਾ ਹੈਗਾ। ਪੰਜਾਬ ਵਿੱਚ ਅਮੂਮਨ ਜਿਹੜਾ ਖਾਣ ਪਾਨ ਹੈ, ਜਿਹੜਾ ਰਹਿਣ ਸਹਿਣ ਹੈ, ਬਹੁਤ ਰਿਚ ਹੈਗਾ, ਜਿਹਦੇ ਕਰਕੇ ਹੱਡੀਆਂ ਉੱਤੇ ਦੁਸ਼ਪ੍ਰਭਾਵ ਪੈਂਦਾ ਹੈਗਾ। ਔਰ ਗੁਜਰਾਤ ਜਿਹੜਾ ਵਾ ਉਹ ਡਾਇਬਟਿਕ ਸਟੇਟ ਹੈ, ਜਿਹਦੇ ਕਰਕੇ ਸ਼ੂਗਰ ਕਰਕੇ, ਓਬੇਸਿਟੀ ਕਰਕੇ ਉੱਥੇ ਗੋਡਿਆਂ ਦਾ ਉੱਤੇ ਬਹੁਤ ਜ਼ਿਆਦਾ ਪ੍ਰਭਾਵ ਪੈਂਦਾ। ਅਤੇ ਅੱਜ ਦੀ ਡੇਟ ਵਿੱਚ ਜੁਆਇੰਟ ਰਿਪਲੇਸਮੈਂਟ ਦੀ ਟਰਮੀਨੋਲੋਜੀ ਵੀ ਚੇਂਜ ਹੋ ਗਈ ਹੈ। ਹੁਣ ਨੀ ਰਿਪਲੇਸਮੈਂਟ ਦੀ ਜਗ੍ਹਾ ਬਹੁਤ ਜਗ੍ਹਾ ਤੁਸੀਂ ਦੇਖਦੇ ਹੋਗੇ ਕਿ ਨੀ ਰੀਸਰਫੇਸਿੰਗ, ਨੀ ਰੀਕਨਸਟਰਕਸ਼ਨ ਲਿਖਿਆ ਜਾ ਰਿਹਾ, ਕਿਉਂਕਿ ਜਿਹੜੀ ਨੌਲੇਜ ਪਹਿਲਾਂ ਲੋਕਾਂ ਨੂੰ ਦਿੱਤੀ ਜਾ ਰਹੀ ਸੀ ਕਿ ਗੋਡਿਆਂ ਬਦਲਿਆ ਜਾਂਦਾ ਹੈ, ਇਹ ਗੋਡਾ ਬਦਲਣਾ ਨਹੀਂ ਹੁੰਦਾ। ਬੇਸਿਕਲੀ ਇਹ ਗੋਡਿਆਂ ਦਾ ਰੀਕਨਸਟਰਕਸ਼ਨ ਹੈ। ਗੋਡਿਆਂ ਦਾ ਜਿਹੜਾ ਸਮਾਨ ਖਤਮ ਹੋ ਗਿਆ ਵਾ, ਅਸੀਂ ਉਹਨੂੰ ਵਾਪਸ ਪਾ ਦਿੰਦੇ ਹਾਂ। ਅਤੇ ਗੋਡੇ ਵਿੱਚ ਅਮੂਮਨ ਤੌਰ 'ਤੇ ਗਰੀਸ ਔਰ ਸ਼ੌਕਰ ਹੁੰਦਾ ਹੈ, ਜੋ ਤੁਹਾਡਾ ਹੱਡੀਆਂ ਨੂੰ ਬਚਾਉਂਦਾ, ਤੁਹਾਡਾ ਵੇਟ ਚੱਕਦਾ। ਇਹ 2 ਚੀਜ਼ ਜਿਹੜੀ ਜਦ ਖਤਮ ਹੁੰਦੀ ਤਾਂ ਗੋਡਾ ਖਰਾਬ ਹੁੰਦਾ। ਅਸੀਂ ਇਹੀ ਚੀਜ਼ ਆਰਟੀਫਿਸ਼ੀਅਲ ਕੈਪਿੰਗ ਦੇ ਤੌਰ 'ਤੇ ਰਿਪਲੇਸ ਕਰ ਦਿੰਦੇ ਹਾਂ। ਅਤੇ ਅੱਜ ਕੱਲ੍ਹ ਇਹ ਨੀ ਕੈਪਿੰਗ ਦੇ ਨਾਂ ਤੋਂ ਮਾਰਕੀਟ ਵਿੱਚ ਜਾਂ ਸੁਸਾਇਟੀ ਵਿੱਚ ਐਜੂਕੇਟ ਕੀਤਾ ਜਾ ਰਿਹਾ ਕਿ ਤੁਹਾਡਾ ਗੋਡਾ ਰਿਪਲੇਸ ਨਹੀਂ ਕੀਤਾ ਜਾਏਗਾ, ਤੁਹਾਡੀ ਨੀ ਦੀ ਸਿਰਫ ਕੈਪਿੰਗ ਕੀਤੀ ਜਾਏਗੀ। ਇਹਦੇ ਨਾਲ 2-3 ਫਾਇਦੇ ਨੇ। ਇੱਕ ਤਾਂ ਪੇਸ਼ੈਂਟ ਦੇ ਵਿੱਚ ਜਾਗਰੂਕਤਾ ਆ ਰਹੀ ਹੈ, ਉਹਦਾ ਡਰ ਵੀ ਘੱਟ ਰਿਹਾ, ਕਿਉਂਕਿ ਉਹਨੂੰ ਇਹ ਨਹੀਂ ਸਮਝ ਆਉਂਦਾ ਸੀ ਕਿ ਹੁੰਦਾ ਕੀ ਹੈ। ਉਹ ਸੋਚਦੇ ਸੀਗੇ ਕਿ ਗੋਡਾ ਕੱਟ ਦਿੰਦੇ ਆ,
जबकि गोडा कभी भी नहीं कटिया गया, गोडे का समान ही वापस पाया गया। अच्छी गल इस हस्पताल विच है कि असीं 1 साल पहला अपने ऑनरेबल हैल्थ मिनिस्टर बलबीर सिंह जी के हत्थों द्वारा TMT टैकनीक का लॉन्च किया सीगा। ते TMT टैकनीक दे विच मेरी अपनी महारत है, मेरा अपना इनोवेशन है जो 15 साल के एक्सपीरियंस के बाद आया कि इस सर्जरी नूं असीं सिंपल और बहुत सरल तरीके नाल कर सकते हैं। ਇਹਦੇ ਵਿੱਚ 4-4.5 इंच का चीरा, पेशाब की नली नहीं, खून की नली नहीं, रीढ़ की हड्डी 'ਚ कोई पाइप नहीं, ਇਹ ਸਾਰੀ ਨਲੀਆਂ ਇਨਫੈਕਸ਼ਨ ਕੌਜ਼ ਕਰਦੀਆਂ ਨੇ। ਅਸੀਂ ਇਹਨੂੰ ਹਟਾਇਆ ਸਰੀਰ ਤੋਂ। ਦੂਜਾ ਚੀਰਾ ਘਟਾਇਆ ਕਿ ਇਨਫੈਕਸ਼ਨ ਦਾ ਦਰ ਘਟੇ। ਸਰਜੀਕਲ ਟਾਈਮ ਜਿੱਥੇ ਘੰਟਾ 1.5 ਘੰਟਾ ਲੱਗਦਾ ਸੀ, ਇਹਨੂੰ ਲਿਆ ਕੇ ਅਸੀਂ 10 ਤੋਂ 15-12 ਮਿੰਟ ਦਾ ਕੀਤਾ ਤਾਂ ਕਿ ਐਕਸਪੋਜਰ ਗੋਡੇ ਦਾ ਘੱਟ ਤੋਂ ਘੱਟ ਹੋਏ, ਐਨਵਾਇਰਨਮੈਂਟ ਨਾਲ ਇਨਫੈਕਸ਼ਨ ਘਟੇ। ਅਸੀਂ ICU स्टे घटाया क्योंकि पेशेंट्स को ICU ਵਿੱਚ ਕੱਲਾ ਫੋਬੀਆ ਲੱਗਦਾ ਸੀਗਾ, ਉਹ ਜਲਦੀ ਪਰਿਵਾਰ ਵਿੱਚ ਵਾਪਸ ਜਾਏ। ਜਿੰਨਾ ਜਲਦੀ ਉਹ ਪਰਿਵਾਰ ਵਿੱਚ ਜਾਏਗਾ ਉਨਾ ਸਾਈਕੋਲੋਜੀਕਲੀ ਉਹ ਬੈਟਰ ਫੀਲ ਕਰਦਾ ਅਤੇ ਉਹ ਆਪਣੇ ਆਪ ਨੂੰ ਸੇਫ ਫੀਲ ਕਰਦਾ। ਅਤੇ ਅਸੀਂ ICU ਸਟੇ ਨਹੀਂ ਦਿੰਦੇ ਪੇਸ਼ੈਂਟ ਨੂੰ। 4-6 ਘੰਟੇ ਵਿੱਚ ਪੇਸ਼ੈਂਟ ਤੁਰਨ ਜੋਗਾ ਹੋ ਜਾਂਦਾ, ਐਟਲੀਸਟ ਉਹ ਖੜ੍ਹਾ ਹੋ ਜਾਂਦਾ, ਵਾਕਰ ਨਾਲ 8-10 ਸਟੈਪਸ 10 ਦੇ ਲੈ ਲੈਂਦਾ ਅਤੇ ਉਹਨੂੰ ਇਹ ਕੌਨਫੀਡੈਂਸ ਆਉਂਦਾ ਹੈ ਕਿ ਇਹ ਕਰਾ ਕੇ ਮੈਂ ਖੜ੍ਹਾ ਹੋ ਸਕਦਾ, ਮੈਂ ਅੱਗੇ ਚੱਲਾਂਗਾ। ਅਤੇ ਆਪਾਂ ਇਹ ਵੀ ਇੱਕ ਚੀਜ਼ ਲੈ ਕਰ ਆਏ। 5 ਸਾਲ ਪਹਿਲਾਂ ਮੈਂ ਇੰਟਰੋਡਿਊਸ ਕੀਤਾ ਸੀਗਾ ਕਿ ਹੁਣ ਟਾਂਕਿਆਂ ਦੀ ਵੀ ਕੋਈ ਲੋੜ ਨਹੀਂ ਹੈ। ਇਹਦੇ ਵਿੱਚ ਆਪਾਂ ਇੰਟਰਨਲ ਸਟਿਚਿੰਗ ਦੇ ਦੁਆਰਾ ਇੱਕ ਸਟਿਚਲੈਸ ਸਰਜਰੀ ਨੂੰ ਦਿੱਤਾ ਜਾ ਸਕਦਾ ਇਹਨੂੰ ਰੂਪ। ਅਸੀਂ ਉਹ ਵੀ ਲੈ ਕਰ ਆਏ ਅਤੇ ਮੋਰ ਦੈਨ 5000 ਨੀ ਰੀਕਨਸਟਰਕਸ਼ਨਸ ਅਸੀਂ ਕੀਤੀਆਂ ਨੇ ਐਜ਼ ਅ ਸਟਿਚਲੈਸ ਨੀ ਰਿਪਲੇਸਮੈਂਟ। ਅਤੇ ਟਾਂਕਾ ਨਹੀਂ ਲੱਗਦਾ, ਜਿਹਦੇ 3 ਫਾਇਦੇ ਨੇ। ਖੁਲਾਉਣ ਲਈ ਵਾਪਸ ਨਹੀਂ ਆਉਣਾ ਪੈਂਦਾ, ਖੁਲਾਉਣ ਦਾ ਦਰਦ ਨਹੀਂ ਹੁੰਦਾ, ਟਾਂਕੇ ਪਕੜਨ ਦੇ ਚਾਂਸਿਸ ਨਹੀਂ ਆਉਂਦੇ। तो एक रिवोल्यूशनरी एरा चल रहा है जॉइंट्स गोडियां की समस्या विच। और यह सारी चीज़ां अज की डेट में IV ग्रुप ऑफ इंस्टीट्यूट ਇਹਦੇ ਜਿਹੜੇ 5-6 ਹਸਪਤਾਲ ਹੈਗੇ, नवां शहर, बठिंडा, ਅੰਮ੍ਰਿਤਸਰ, पंचकुला, मोहाली, खन्ना, ਇਹ सारी जगह ਆਪਾਂ ਇਹ चीज़ इंट्रोड्यूस की है। मैं इटसैल्फ ਇਹ स्टैप ਲੈ ਰਿਹਾ कि मैं सारे सिटीज़ ਵਿੱਚ जाकर ਜਿਹੜੇ ਬੰਦੇ ਉੱਥੋਂ ਇੱਥੇ नहीं आ सकते ਉਹਨਾਂ ਨੂੰ ਵੀ ਇਹ ਟੈਕਨੋਲੋਜੀ ਔਰ ਇਸ ਦਾ ਫਾਇਦਾ ਦਿੱਤਾ ਜਾਏ। ਅਤੇ ਮਹੀਨੇ ਵਿੱਚ ਇੱਕ ਵਾਰ ਅਸੀਂ ਹੁਣ ਇਹ ਵਾਲੀ ਸਿਟੀਜ਼ ਵਿੱਚ ਵੀ ਇਹ ਕਾਰਜਕ੍ਰਮ ਸ਼ੁਰੂ ਕਰ ਰਹੇ ਹਾਂ। ਜਿਨ੍ਹਾਂ ਨੂੰ ਵੀ ਗੋਡਿਆਂ ਦੀ ਜਾਂ ਕਿਸੇ ਵੀ ਜੋੜ ਦੀ ਤਕਲੀਫ ਹੈ ਜਾਂ ਸਮੱਸਿਆ ਹੈ, ਉਹਦਾ ਇਸ ਸਰਲ ਟੈਕਨੀਕ ਨਾਲ ਨਿਦਾਨ ਕੀਤਾ ਜਾ ਸਕਦਾ। ਡਾਕਟਰ ਸਾਹਿਬ, ਇਸ 'ਤੇ ਖਰਚ ਕਿੰਨਾ ਕਰਨਾ ਹੈਗਾ? ਜਿਸ ਤਰ੍ਹਾਂ ਪਹਿਲਾਂ ਖਰਚਾ ਹੁੰਦਾ ਸੀ ਉਹਦਾ ਤੇ ਇਸ ਦਾ ਕਿੰਨਾ ਕੁ ਡਿਫਰੈਂਸ ਹੈ? ਪਹਿਲਾਂ ਜਿਹੜਾ ਖਰਚਾ ਹੁੰਦਾ ਸੀਗਾ ਉਹ ਅਮੂਮਤਨ ਜਿਹੜੇ ਇੰਪਲਾਂਟ ਸੀਗੇ ਉਹ ਕਾਫੀ ਕੋਸਟਲੀ ਸੀਗੇ। ਬਟ ਗੌਰਮੈਂਟ ਨੇ, ਨਾਪਾ ਨੇ ਇੱਕ ਬਹੁਤ ਅਹਿਮ ਸਟੈਪ ਚੁੱਕਿਆ ਜੁਆਇੰਟ ਰਿਪਲੇਸਮੈਂਟ ਵਿੱਚ ਕਿ ਉਹਨਾਂ ਨੇ ਇੰਪਲਾਂਟ ਦੀ ਦਰ ਕਾਫੀ ਘਟਾ ਦਿੱਤੀ। ਜਿਹੜੇ ਗੋਡੇ ਜਾਂ ਜਿਹੜੇ ਕੈਪਸ ਜਾਂ ਜਿਹੜੀ ਕੈਪਸ 2-2-2.5 ਲੱਗਦੀਆਂ ਸੀਗੀਆਂ, ਉਹਦਾ ਐਵਰੇਜ ਕੋਸਟਿੰਗ ਘਟਾ ਕੇ ਉਹਨਾਂ ਨੇ 65,000 ਤੋਂ ਲੈ ਕੇ 70,000 ਤੱਕ ਕਰਤਾ, ਜਿਹਦਾ ਫਾਇਦਾ ਹੁਣ ਲੋਕਾਂ ਨੂੰ ਮਿਲ ਰਿਹਾ। ਨਾਲ ਦੇ ਨਾਲ ਕਈ ਸਾਰੀ ਸਕੀਮਾਂ ਲੈ ਆਇਆ, ਆਯੁਸ਼ਮਾਨ ਸਕੀਮ, ਜਿਹਦੇ ਵਿੱਚ ਇੱਕ ਸਕੀਮ ਹੈ ਜਿਹਦੇ ਵਿੱਚ ਗੋਡਿਆਂ ਦੀ ਸਰਜਰੀਜ਼ ਗੌਰਮੈਂਟ ਸੈਟਅਪ ਵਿੱਚ ਵੀ ਕੀਤੀਆਂ ਜਾ ਰਹੀਆਂ ਨੇ ਤਾਂ ਕਿ ਲੋਕ ਉਹਦਾ ਵੀ ਫਾਇਦਾ ਉਠਾ ਸਕਣ। ਅਤੇ ਅਮੂਮਨ ਜਿਹੜਾ ਪੈਕੇਜ ਇੱਕ ਅੱਛੇ ਵਾਤਾਵਰਨ, ਇੱਕ ਅੱਛੇ ਐਨਵਾਇਰਨਮੈਂਟ, ਇੱਕ ਅੱਛੇ ਸੈਟਅਪ ਵਿੱਚ ਕੀਤਾ ਜਾ ਰਿਹਾ, ਉਹ ਤਕਰੀਬਨ 2,80,000 ਤੋਂ ਲੈ ਕੇ 3.5-4 ਲੱਖ ਦੇ ਵਿੱਚ ਦੋਨੋਂ ਗੋਡੇ ਹੋ ਜਾਂਦੇ ਨੇ, ਡਿਪੈਂਡਿੰਗ ਕਿ ਕਿਹੜਾ ਇੰਪਲਾਂਟ ਲਵਾਉਣਾ ਹੈ ਅਤੇ ਕਿਹੜੀ ਕੈਟੇਗਰੀ ਆਫ ਦੀ ਰੂਮ, ਕਿਹੜੀ ਸਰਵਿਸਿਜ਼ ਉਹਨਾਂ ਨੂੰ ਚਾਹੀਦੀਆਂ ਨੇ। ਜਿਸ ਤਰ੍ਹਾਂ ਡਾਕਟਰ ਤੁਸੀਂ ਲਾਈਫ ਸਟਾਈਲ ਦੀ ਗੱਲ ਕੀਤੀ ਸਟਾਰਟਿੰਗ 'ਚ, ਲਾਈਫ ਸਟਾਈਲ 'ਤੇ ਤੁਸੀਂ ਕੀ ਸੁਜੈਸਟ ਕਰੋਗੇ ਚੇਂਜਿਸ ਆਮ ਮੁੰਡੇ ਵਾਸਤੇ? ਦੇਖੋ, ਉਹਨੂੰ ਸਰਜਰੀ ਦੀ ਜ਼ਰੂਰਤ ਨਾ ਹੋਵੇ। ਦੇਖੋ, ਅੱਜ ਦੀ ਡੇਟ ਵਿੱਚ ਜਿਹੜਾ ਅਸੀਂ ਕਹਿੰਦੇ ਹਾਂ ਪ੍ਰੀਵੈਂਸ਼ਨ ਇਜ਼ ਬੈਟਰ ਦੈਨ ਕਿਉਰ, ਹੈ ਨਾ। ਅਸੀਂ ਜਾਣਦੇ ਸਭ ਹਾਂ, ਲੇਕਿਨ ਆਪਣੀ ਆਦਤਾਂ ਦੀ ਵਜ੍ਹਾ ਨਾਲ ਅਸੀਂ ਉਹ ਚੀਜ਼ ਅਡੈਪਟ ਨਹੀਂ ਕਰਦੇ। ਸਾਰਿਆਂ ਨੂੰ ਪਤਾ ਹੈ ਕਿ ਧੁੱਪ ਸੇਕਣੀ ਚਾਹੀਦੀ ਹੈ, ਲੇਕਿਨ ਅਸੀਂ ਧੁੱਪ ਨਹੀਂ ਸੇਕਦੇ। ਅਸੀਂ ਜ਼ਿਆਦਾ AC ਦਾ ਯੂਜ਼ ਕਰਦੇ ਹਾਂ। AC ਸਾਡੇ ਸਰੀਰ ਤੋਂ ਵਿਟਾਮਿਨ D, ਕੈਲਸ਼ੀਅਮ ਪਿਸ਼ਾਬ ਦੇ ਰਸਤੇ ਕੱਢ ਦਿੰਦਾ, ਜਿਹਦੇ ਕਰਕੇ ਹੱਡੀਆਂ ਕਮਜ਼ੋਰ ਹੁੰਦੀਆਂ ਨੇ। ਜੇ ਅੱਜ ਦੀ ਡੇਟ ਵਿੱਚ ਅਸੀਂ ਇਹ ਨਿਯਮ ਬਣਾ ਲਈਏ ਕਿ ਅੱਧਾ ਪੌਣ ਘੰਟਾ ਧੁੱਪ ਲੈਣੀ ਹੀ ਲੈਣੀ ਹੈ, ਅਤੇ ਸਾਡੀ ਬਾਡੀ ਖੁਦ ਵਿਟਾਮਿਨ D ਬਣਾਏਗੀ, ਹੱਡੀਆਂ ਤੰਦਰੁਸਤ ਰਹਿਣਗੀਆਂ ਅਤੇ ਗੋਡਿਆਂ ਉੱਤੇ ਪ੍ਰੈਸ਼ਰ ਘਟੇਗਾ। ਦੂਸਰਾ ਜਿਹੜਾ ਖਾਣ ਪਾਣ ਹੈ, ਸਾਰੇ ਜਾਣਦੇ ਹੈ ਕਿ ਕੋਲਡ ਡਰਿੰਕ ਨਾ ਪੀਓ, ਬਰਗਰਸ ਨਾ ਖਾਓ, ਜੰਕ ਫੂਡਸ ਨਾ ਖਾਓ, ਬਟ ਜਿਹੜੀ ਸਾਡੀ ਜ਼ਮਾਨ ਹੈ ਖੁਦ ਸਾਡਾ ਸਾਥ ਨਹੀਂ ਦਿੰਦੀ। ਅਸੀਂ ਨਾ ਚਾਹੁੰਦੇ ਵੀ ਬਰਗਰ ਕਿੰਗ ਅਤੇ KFC ਅਤੇ ਮੈਕਡੋਨਲਡ ਪਹੁੰਚ ਹੀ ਜਾਂਦੇ ਹਾਂ, ਅਤੇ ਸਾਰਿਆਂ ਨੂੰ ਪਤਾ ਹੈ ਨਹੀਂ ਕਰਨਾ ਹੈ, ਅਤੇ ਉਹ ਚੀਜ਼ਾਂ ਨਹੀਂ ਕਰਨੀਆਂ, ਉਹ ਸਾਨੂੰ ਪਤਾ ਹੈ ਕਿ ਇਹ ਨਹੀਂ ਕਰਨੀ, ਲੇਕਿਨ ਫਿਰ ਵੀ ਕਰਦੇ ਹਾਂ। ਜੇ ਇਹ ਨਹੀਂ ਕਰਦੇ, ਜੰਕ ਫੂਡਸ ਤੋਂ ਅਵੋਇਡ ਕਰਦੇ ਹਾਂ, ਅਤੇ ਆਪਾਂ ਡੈਫੀਨੇਟਲੀ ਆਪਣੀ ਓਬੇਸਿਟੀ ਨੂੰ ਬਚਾਵਾਂਗੇ। ਜੇ ਓਬੇਸਿਟੀ ਨੂੰ ਬਚਾਵਾਂਗੇ ਤਾਂ ਗੋਡਿਆਂ ਉੱਤੇ ਪ੍ਰੈਸ਼ਰ ਘੱਟ ਪਏਗਾ। ਜੇ ਗੋਡਿਆਂ ਉੱਤੇ ਪ੍ਰੈਸ਼ਰ ਘੱਟ ਪਏਗਾ ਤਾਂ ਡੈਫੀਨੇਟਲੀ ਉਹਦੀ ਲਾਈਫ ਵਧੇਗੀ। ਤੀਜਾ ਜਿਹੜਾ ਹੈਗਾ ਕਿ ਜਿਹੜਾ ਜਿਮ ਦਾ ਬਹੁਤ ਵੱਡਾ ਟਰੈਂਡ ਹੈ, ਜਿਹੜਾ ਜਿਮ ਦਾ ਫੈਸ਼ਨ ਚੱਲਿਆ ਪਿਆ ਹੈ, 90% ਜਿਹੜੇ ਬੰਦੇ ਜਿਮ ਜਾਂਦੇ ਨੇ ਉਹ ਜਿਮ ਘੱਟ ਕਰਦੇ ਨੇ, ਆਪਸ ਵਿੱਚ
ਸੋਸ਼ਲ ਨੈਟਵਰਕਿੰਗ ਜ਼ਿਆਦਾ ਚੱਲਦੀ ਹੈ। ਔਰ ਜੇ ਜਿਮ ਕਰਦੇ ਵੀ ਨੇ ਤੇ ਉਹ ਵਾਲੇ ਕੰਮ ਕਰਦੇ ਨੇ ਜੋ ਗੋਡਿਆਂ ਨੂੰ ਖਰਾਬ ਕਰਦਾ, ਜਿਵੇਂ ਟ੍ਰੈਡਮਿਲ ਹੈ। ਹੁਣ ਟ੍ਰੈਡਮਿਲ ਵਿੱਚ ਇੱਕ 150 ਕਿਲੋ ਦਾ ਬੰਦਾ ਦੌੜ ਰਿਹਾ ਹੈ ਵੇਟ ਘਟਾਉਣ ਲਈ, ਪਹਿਲੀ ਗੱਲ ਤਾਂ ਜਿਮ ਵਾਲੇ ਦੀ ਹੈ ਕਿ ਉਹ ਇਹ ਗਲਤ ਇੰਸਟਰਕਸ਼ਨ ਦੇ ਰਿਹਾ ਕਿ 150 ਕਿਲੋ ਦੇ ਭਾਰ 'ਤੇ ਤੂੰ ਦੌੜ, ਅਤੇ ਉਹ ਜੇ 150 ਕਿਲੋ ਦਾ ਬੰਦਾ ਜਿਮ 'ਤੇ ਦੌੜ ਰਿਹਾ ਹੈ ਤਾਂ ਆਟੋਮੈਟਿਕਲੀ ਉਹਦਾ ਗੋਡਾ ਘਿਸਣਾ ਹੈ। ਪਹਿਲਾ ਏਮ ਹੈ ਵੇਟ ਘਟਾਉਣਾ, ਦੂਜਾ ਏਮ ਹੈ ਰਨਿੰਗ ਕਰਨਾ, ਹੈ ਨਾ। ਅਤੇ ਇਹ ਚੀਜ਼ਾਂ ਨੇ ਕਿ ਜਿਮ ਵਿੱਚ ਟ੍ਰੈਡਮਿਲਸ ਦਾ ਪ੍ਰਯੋਗ, ਜਿਮ ਵਿੱਚ ਗੋਡੇ 'ਤੇ ਭਾਰ ਬਹਿ ਕੇ ਕੋਈ ਐਕਸਰਸਾਈਜ਼, ਜਿਮ ਵਿੱਚ ਗੋਡੇ 'ਤੇ ਭਾਰ ਬਹਿ ਕੇ ਕੋਈ ਦੰਡ, ਇਹ ਨਾ ਮਾਰੀਏ ਜਿਹਦੇ ਕਰਕੇ ਗੋਡਾ ਜਲਦੀ ਖਰਾਬ ਹੋਏ। ਅਤੇ ਇਹ ਸਾਰੀ ਚੀਜ਼ਾਂ ਨੇ ਜੋ ਇਹਤਿਆਤ ਵਰਤਣੀ ਚਾਹੀਦੀਆਂ ਨੇ। ਜੇ ਬੰਦਾ ਇਹਤਿਆਤ ਵਰਤਦਾ ਹੈ ਤਾਂ ਮੈਨੂੰ ਲੱਗਦਾ ਹੈ ਕਿ ਉਹ ਆਪਣੇ ਗੋਡੇ ਦੀ ਲਾਈਫ ਨੂੰ ਵਧਾ ਸਕਦਾ ਹੈ। ਚੌਥਾ ਹੈ ਕਿ ਐਜੂਕੇਸ਼ਨ, ਫੀਮੇਲ ਵਰਸਸ ਮੇਲ। ਫੀਮੇਲ ਵਿੱਚ ਪ੍ਰਾਕ੍ਰਿਤਿਕ ਰੂਪ ਨਾਲ ਰੱਬ ਨੇ ਸਾਨੂੰ ਦੋ ਚੀਜ਼ਾਂ ਦਿੱਤੀਆਂ ਨੇ, ਇੱਕ ਉਹਦੀ ਮੈਰਿਜ, ਇੱਕ ਉਹਦਾ ਬਰਥ, ਬੱਚਿਆਂ ਦਾ ਬਰਥ, ਇੱਕ ਉਹਦਾ ਮੀਨੋਪੌਜ਼। ਠੀਕ ਹੈ, ਜਿੱਦਾਂ ਬੱਚਿਆਂ ਦਾ ਜਨਮ ਹੁੰਦਾ ਹੈ, ਬ੍ਰੈਸਟ ਫੀਡ 'ਤੇ ਆਉਂਦਾ ਬੱਚਾ, ਸਰੀਰ ਤੋਂ ਕੈਲਸ਼ੀਅਮ, ਵਿਟਾਮਿਨ ਡੀ ਘੱਟ ਜਾਂਦਾ। ਉਹ ਟਾਈਮ ਹੈਗਾ ਕਿ ਡਾਕਟਰਸ ਐਜੂਕੇਟ ਕਰਨ ਇਸ ਚੀਜ਼ ਨੂੰ ਕਿ ਇਹ ਰਾਈਟ ਟਾਈਮ ਹੈ ਕਿ ਤੁਸੀਂ ਸਪਲੀਮੈਂਟਸ ਲਓ ਤਾਂ ਕਿ ਤੁਹਾਡੇ ਵਿੱਚ ਸ਼ਾਰੀਰਿਕ ਕਮਜ਼ੋਰੀ ਨਾ ਡਿਵੈਲਪ ਹੋਏ। ਤੀਜਾ, ਜਦੋਂ ਮੀਨੋਪੌਜ਼ ਆਉਂਦਾ ਹੈ ਤਦ ਫਿਰ ਹਾਰਮੋਨਲ ਚੇਂਜਸ ਆਉਂਦੇ ਨੇ ਬੋਡੀ ਵਿੱਚ, ਜਿਹਦੇ ਕਰਕੇ ਵਿਟਾਮਿਨ ਡੀ, ਕੈਲਸ਼ੀਅਮ ਨਿਕਲਦਾ ਹੈ ਬੋਡੀ ਤੋਂ। ਉਹ ਇੱਕ ਦੂਜਾ ਟਾਈਮ ਹੈ ਜਦ ਰੀਐਜੂਕੇਟ ਕੀਤਾ ਜਾਏ ਕਿ ਹੁਣ ਤੁਸੀਂ ਆਪਣਾ ਧਿਆਨ ਰੱਖੋ। ਗੋਡੇ 'ਤੇ ਭਾਰ ਬਹਿ ਕੇ ਝਾੜੂ ਮਾਰਨਾ, ਪੋਛੇ ਕਰਨਾ, ਬਾਲਟੀਆਂ ਚੱਕ ਕੇ ਪੌੜੀਆਂ ਚੜ੍ਹ ਕੇ 2 ਮੰਜ਼ਿਲਾ ਲੈ ਜਾਣਾ, ਲੈ ਆਉਣਾ, ਇਹ ਸਾਰੀ ਚੀਜ਼ਾਂ ਗੋਡਿਆਂ ਵਾਸਤੇ ਖਤਰਨਾਕ ਨੇ। ਜੇ ਆਪਾਂ ਲਾਈਫ ਸਟਾਈਲ ਦੀ ਮੋਡੀਫਿਕੇਸ਼ਨ ਕਰਦੇ ਹਾਂ ਤਾਂ ਮੈਨੂੰ ਲੱਗਦਾ ਹੈ ਕਿ ਕਾਫੀ ਹੱਦ ਤੱਕ ਅਸੀਂ ਆਪਣੇ ਗੋਡੇ ਨੂੰ ਬਚਾ ਪਾਵਾਂਗੇ। ਜਿਹੜਾ ਵਾਕਿੰਗ ਹੈ ਕਿਆ ਉਹ ਇਸ ਵਿੱਚ ਸਹਾਇਕ ਸਿੱਧ ਹੋਏਗੀ? ਬਿਲਕੁਲ, ਵਾਕਿੰਗ ਵਿੱਚ ਆਰਥਰਾਈਟਿਸ ਘਟਦਾ ਹੈ ਜੇ ਤੁਸੀਂ ਵਾਕ ਕਰਦੇ ਹੋ। ਵਾਕ ਦੇ 2-3 ਵਾਕਿੰਗ ਦੇ 2 ਪੈਰਾਮੀਟਰਸ ਨੇ, ਚੜ੍ਹਾਨ ਔਰ ਢਲਾਨ ਵਾਲੀ ਵਾਕ ਨੂੰ ਅਵੋਇਡ ਕਰਨਾ ਚਾਹੀਦਾ। ਚੜ੍ਹਾਨ ਔਰ ਢਲਾਨ ਵਾਲੀ ਵਾਕ ਜਿਹੜੀ ਹੈ ਉਹ ਤੁਹਾਡੇ ਗੋਡੇ ਦੀ ਰੈਜ਼ਿਸਟੈਂਸ ਦੇ ਅਗੇਂਸਟ ਜਾਂਦਾ। ਜਿੱਥੇ ਰੈਜ਼ਿਸਟੈਂਸ ਆ ਗਿਆ ਉੱਥੇ ਪ੍ਰੈਸ਼ਰ ਵੱਧ ਜਾਏਗਾ ਗੋਡੇ 'ਤੇ, ਜਿੱਥੇ ਪ੍ਰੈਸ਼ਰ ਵਧੇਗਾ ਉੱਥੇ ਗੋਡਾ ਆਟੋਮੈਟਿਕਲੀ ਜਾਂ ਕੋਈ ਵੀ ਜੁਆਇੰਟ ਇਨਵੋਲਵ ਹੋ ਜਾਏਗਾ। ਕਾਫੀ ਅੱਜਕੱਲ੍ਹ ਦੇ ਜਿਹੜੇ ਲਾਈਫ ਸਟਾਈਲ ਦੇ ਵਿੱਚ ਲੋਕਾਂ ਦਾ ਬੈਠ ਕੇ ਕੰਮ ਐਂਡ ਕਾਫੀ ਲੰਬਾ ਸਮਾਂ ਚੱਲਦਾ ਕਿ ਉਹਨਾਂ ਨਾਲ ਵੀ ਕੋਈ ਗੋਡਿਆਂ ਦੇ ਉੱਤੇ ਹੁੰਦਾ ਵੀ ਜਿਹੜੇ ਵਰਕਆਊਟ ਕਰਦੇ ਤੇ ਬੈਠ ਕੇ ਕੰਮ ਜ਼ਿਆਦਾ ਕਰਦੇ। ਦੇਖੋ, ਬੈਠ ਕੇ ਕੰਮ ਕਰਨ ਦਾ ਜੇ ਲੌਂਗ ਡਿਊਰੇਸ਼ਨ ਸਿਟਿੰਗ ਜੌਬ ਹੈ ਉਹਦਾ ਜ਼ਿਆਦਾਤਰ ਪ੍ਰੈਸ਼ਰ ਕਮਰ 'ਤੇ ਆਉਂਦਾ। ਠੀਕ ਹੈ, ਜੇ ਲੋ ਹਾਈਟ 'ਤੇ ਬਹਿ ਕੇ ਕੰਮ ਕਰ ਰਹੇ ਹੋ ਤਾਂ ਯੈਸ ਗੋਡੇ ਉੱਤੇ ਪ੍ਰੈਸ਼ਰ ਆਏਗਾ, ਕਿਉਂਕਿ ਜਦ ਵੀ ਤੁਸੀਂ ਉੱਠੋਗੇ ਜਾਂ ਬੈਠੋਗੇ ਉਸ ਹਾਈਟ 'ਤੇ, ਉਹ ਹਾਈਟ ਗੋਡੇ ਨੂੰ ਐਡਜਸਟ ਨਹੀਂ ਕਰ ਪਾਉਂਦੀ ਕਿਉਂਕਿ ਉਹ ਹਾਈਟ ਗੋਡੇ ਦੇ ਹਿਸਾਬ ਨਾਲ ਲੋ ਹੈਗੀ। ਅਤੇ ਜਿਤਨਾ ਨੀਵੇਂ ਜਾਓਗੇ ਜਾਂ ਜਿੰਨਾ ਥੱਲੇ ਜਾਓਗੇ ਗੋਡੇ 'ਤੇ ਪ੍ਰੈਸ਼ਰ ਵੱਧ ਜਾਣਾ। ਅਤੇ ਉੱਠਣ ਲਈ ਸਾਰਾ ਭਾਰ ਗੋਡੇ ਉੱਤੇ, ਮੋਢੇ ਉੱਤੇ, ਹੱਥ ਉੱਤੇ ਆਉਣਾ। ਜਦ ਉੱਠੋਗੇ ਸਾਰਾ ਪ੍ਰੈਸ਼ਰ ਤੁਸੀਂ ਮੋਢੇ, ਹੱਥ, ਗੋਡੇ ਉੱਤੇ ਆਉਣਾ ਅਤੇ ਇਹ ਸਾਰੇ ਜੁਆਇੰਟਸ ਇਨਵੋਲਵ ਹੋ ਜਾਣਗੇ। ਅਤੇ ਸਿਟਿੰਗ ਲੌਂਗ ਡਿਊਰੇਸ਼ਨ ਜਿਹੜੀ ਹੈਗੀ ਉਹ ਤੁਹਾਡੀ ਕਮਰ ਲਈ ਨਹੀਂ ਠੀਕ, ਲੋ ਹਾਈਟਸ 'ਤੇ ਬਹਿਣਾ ਤੁਹਾਡੇ ਗੋਡੇ ਲਈ ਨਹੀਂ ਠੀਕ। ਇੱਕ ਜਿਹੜਾ ਤੁਸੀਂ ਕਹਿ ਰਹੇ ਇੰਡੀਆ ਦੇ ਵਿੱਚੋਂ ਗੁਜਰਾਤ ਤੇ ਪੰਜਾਬ